ਧੰਨ ਵਾਹਿਗੁਰੂ ਜੀਓ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਣ। ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਣ। ਲੱਖ ਸੂਰਤਨ ਸੰਗਰਾਮ, ਰਣ ਮਹਿ ਛੁਟੈ ਪਰਾਣ। ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸਚਾ ਨਿਸ਼ਾਨ। ਜਿਨ ਕਰਤੈ ਕਰਣਾ ਕੀਆ, ਲਿਖਿਆ ਆਵਣ ਜਾਣ। ਨਾਨਕ ਮਤੀ ਮਿਥਿਆ, ਕਰਮ ਸਚਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਮਹਾਰਾਜ ਦੇ ਦਰਬਾਰ ਵਿੱਚ ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਦੀ ਮੁਬਾਰਕ ਸੋਹਬਤ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ, ਬੜੀ ਇਕਾਗਰਤਾ ਸਹਿਤ ਸਰਵਣ ਕੀਤੇ ਨੇ। ਉਪਰੰਤ ਆਪ ਜੀ ਨੇ ਪਾਠ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਲੋਕ, ਜੋ ਕਿ 8ਵੀਂ ਪੌੜੀ ਆਸਾ ਦੀ ਵਾਰ ਦੀ 8ਵੀਂ ਪੌੜੀ ਨਾਲ ਸੰਬੰਧਿਤ ਹੈ, ਦੂਜਾ ਸ਼ਲੋਕ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਜਦੋਂ ਕਿ ਆਪਾਂ ਇਸ ਬਾਣੀ ਦੀ ਲੜੀਵਾਰ ਵਿਚਾਰ ਕਰਦੇ ਹਾਂ ਤਾਂ ਸਤਿਗੁਰੂ ਮਹਾਰਾਜ ਨੇ ਜਿਹੜਾ ਭਾਵ ਪੌੜੀ ਦੇ ਵਿੱਚ ਬਿਆਨ ਕੀਤਾ ਹੈ, ਉਸੇ ਭਾਵ ਦੀ ਤਫਸੀਲ, ਵਿਆਖਿਆ ਸੰਬੰਧਿਤ ਨਾਲ ਸ਼ਲੋਕਾਂ ਵਿੱਚ ਦਰਜ ਕਰ ਦਿੱਤੀ ਹੈ। ਸੋ ਗਰੀਬ ਨਵਾਜ ਮਹਾਰਾਜ ਨੇ ਪੌੜੀ ਦੇ ਵਿੱਚ ਅੰਕਿਤ ਕੀਤਾ ਹੈ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਸਤਿਗੁਰੂ ਦੀ ਬਾਣੀ ਨੇ ਸੱਚ ਨੂੰ ਨਾ ਪਛਾਣਨ ਦੀ ਜਿਹੜੀ ਬਿਰਤੀ ਹੈ, ਉਸ ਨੂੰ ਮੂਰਖਤਾਈ ਦੀ ਅਵਸਥਾ ਕਿਹਾ। ਦੁਨਿਆਵੀ ਪੱਧਰ ਉੱਤੇ ਕੋਈ ਗੱਲ ਕਿਸੇ ਮਨੁੱਖ ਦੀ ਸਮਝ ਵਿੱਚ ਬਾਰ-ਬਾਰ ਦੱਸਣ ਉੱਤੇ, ਸਮਝਾਉਣ ਉੱਤੇ ਕਿਸੇ ਮਨੁੱਖ ਦੀ ਸਮਝ ਵਿੱਚ ਨਾ ਆਵੇ ਔਰ ਇੱਕੋ ਹੀ ਅਗਿਆਨਤਾ ਬੰਦਾ ਬਾਰ-ਬਾਰ ਰਿਪੀਟ ਕਰਦਾ ਰਹੇ ਤੇ ਆਪਾਂ ਉਸ ਨੂੰ ਕਹਿੰਦੇ ਤਾਂ ਹੈ ਹੀ ਮੂਰਖ। ਭਾਵ ਇਸ ਨੂੰ ਨਾ ਸਮਝ ਆਉਂਦੀ ਹੈ
ਨਾ ਕਿਸੇ ਦੇ ਸਮਝਾਇਆ ਇਹ ਸਮਝਦਾ ਹੈ, ਨਾ ਇਸ ਦੇ ਅੰਦਰ ਖੁਦ ਦੇ ਅੰਦਰ ਹੀ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਾਣਨ ਦਾ ਮਾਦਾ ਹੈ। ਇੱਕ ਹੁੰਦਾ ਬੰਦਾ ਆਪ ਠੋਕਰਾਂ ਖਾ ਕੇ ਕਿਸੇ ਗੱਲ ਨੂੰ ਸਮਝ ਜਾਂਦਾ ਹੈ ਵੀ ਨਹੀਂ, ਮੈਨੂੰ ਪਹਿਲਾਂ ਜਿਹੜੀ ਇਹ ਗੱਲ ਸਮਝਾਈ ਗਈ ਉਸ ਵੇਲੇ ਮੇਰੀ ਸਮਝ ਵਿੱਚ ਨਹੀਂ ਆਈ, ਪਰ ਖੁਦ ਜਦੋਂ ਉਸ ਦਾ ਐਕਸਪੀਰੀਅੰਸ ਹੁੰਦਾ ਹੈ, ਤਜਰਬਾ ਹੁੰਦਾ ਹੈ, ਤੇ ਉਹ ਬੰਦਾ ਸਿੱਖ ਜਾਂਦਾ ਹੈ। ਭਾਵੇਂ ਅਸੀਂ ਇਹ ਸ਼ਬਦ ਦੂਜੇ ਨੂੰ ਨੀਵਾਂ ਵਿਖਾਉਣ ਲਈ ਵਰਤ ਲੈਂਦੇ ਹਾਂ, ਪਰ ਜਿਹੜਾ ਮਨੁੱਖ ਸਮਝਾਉਣ ਉੱਤੇ ਦੱਸਣ ਉੱਤੇ ਵੀ ਨਾ ਸਮਝੇ ਔਰ ਆਪਣੇ ਐਕਸਪੀਰੀਅੰਸ ਵਿੱਚੋਂ ਵੀ ਕੋਈ ਸੇਧ ਨਾ ਲਵੇ ਔਰ ਬਾਰ-ਬਾਰ ਫਿਰ ਉਹੀ ਕਾਰਜ ਕਰੇ ਜਿਸ ਨਾਲ ਨੁਕਸਾਨ ਹੁੰਦਾ ਹੋਵੇ, ਦਰਅਸਲ ਉਸ ਮਾਈਂਡ ਸੈੱਟ ਨੂੰ, ਉਸ ਲਾਈਫ ਸਟੇਟਸ ਨੂੰ ਮੂਰਖਾਨਾ ਹਰਕਤ ਕਿਹਾ ਜਾਂਦਾ ਹੈ। ਮਾਨੋ ਜਿਵੇਂ ਪੱਥਰ ਦੇ ਉੱਤੇ ਪਾਣੀ ਪੈਂਦਾ ਹੈ ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਨਰਮ ਨਹੀਂ ਹੁੰਦਾ। ਮੂਰਖ ਦੀ ਅਵਸਥਾ ਕੁਝ ਐਸੀ ਹੈ, ਸੱਚ ਉਸ ਦੇ ਅੰਦਰ ਵੀ ਹੈ, ਬਾਹਰ ਵੀ ਹੈ, ਚਾਰ ਚੁਫੇਰੇ ਵਰਤ ਰਿਹਾ ਹੈ, ਦਿਸ ਵੀ ਰਿਹਾ ਹੈ, ਸੁਣ ਵੀ ਰਿਹਾ ਹੈ, ਪਰ ਉਸ ਸੱਚ ਨੂੰ ਜਾਣਨ ਦਾ, ਪਛਾਣਨ ਦਾ ਮਾਦਾ ਉਹਦੇ ਅੰਦਰ ਜਮਾ ਹੀ ਮੁੱਕ ਗਿਆ। ਉਸ ਨੂੰ ਅਸਾਂ ਕਹਿੰਦੇ ਹਾਂ ਇਹ ਮੂਰਖ ਹੈ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ। ਕਿਵੇਂ ਜੀਵ ਆਪਣਾ ਜਨਮ ਗਵਾਉਂਦੇ ਨੇ ਔਰ ਕਿੱਡੇ ਵੱਡੇ ਭੁਲੇਖਿਆਂ ਵਿੱਚ ਗਵਾਉਂਦੇ ਨੇ, ਮਹਾਰਾਜ ਨੇ ਇਸ ਦੀ ਐਕਸਪਲੇਨੇਸ਼ਨ ਪਹਿਲੇ 2 ਸ਼ਲੋਕਾਂ ਵਿੱਚ ਦਿੱਤੀ ਹੈ। ਇਹ ਦੂਜਾ ਸ਼ਲੋਕ ਹੈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਇਸ ਸ਼ਲੋਕ ਵਿੱਚ ਬੜੀ ਅਹਿਮ ਗੱਲ ਮਹਾਰਾਜ ਨੇ ਕਹੀ। ਇੱਕ ਹੁੰਦਾ ਹੈ ਤੁਹਾਡੇ ਅੰਦਰ ਵੀ ਚੰਗਿਆਈ ਦਾ ਅੰਸ਼ ਹੈ। ਤੁਸੀਂ ਕੋਈ ਚੰਗਾ ਕਰਮ ਕਰਦੇ ਹੋ ਤਾਂ ਇਸ ਕਰਕੇ ਕਰਦੇ ਹੋ ਵੀ ਤੁਹਾਡੇ ਅੰਦਰ ਕੋਈ ਚੰਗਿਆਈ ਹੈ। ਦੂਜੀ ਗੱਲ, ਜਦੋਂ ਤੁਸੀਂ ਕੋਈ ਚੰਗਾ ਕਾਰਜ ਕਿਸੇ ਦੇ ਕਹਿਣ ਉੱਤੇ ਵੀ ਕਰਦੇ ਹੋ, ਭਾਵੇਂ ਤੁਸੀਂ ਖੁਦ ਅੰਦਰੋਂ ਤਿਆਰ ਨਹੀਂ ਜਾਂ ਤੁਹਾਡੇ ਅੰਦਰ ਕੋਈ ਚੰਗਿਆਈ ਕਮਾਉਣ ਦੀ ਇੱਛਾ ਨਹੀਂ ਸੀ, ਪਰ ਜਦੋਂ ਤੁਸੀਂ ਕੋਈ ਚੰਗਾ ਕਾਰਜ ਦੀ ਪ੍ਰੈਕਟਿਸ ਕਰਦੇ ਹੋ, ਅਭਿਆਸ ਕਰਦੇ ਹੋ, ਤਾਂ ਤੁਹਾਡੇ ਅੰਦਰ ਆਪਣੇ ਅੰਦਰ ਵੀ ਇੱਕ ਚਾਅ ਪੈਦਾ ਹੋ ਜਾਂਦਾ ਹੈ, ਲਗਨ ਪੈਦਾ ਹੋ ਜਾਂਦੀ ਹੈ, ਇੱਛਾ ਸ਼ਕਤੀ ਪੈਦਾ ਹੋ ਜਾਂਦੀ ਹੈ ਚੰਗਾ ਕਾਰਜ ਕਰਨ ਦੀ। ਇੱਕ ਤੀਜੀ ਅਵਸਥਾ ਵੀ ਹੈ, ਅੰਦਰ ਵੀ ਕੋਈ ਚੰਗਾ ਕਾਰਜ ਕਰਨ ਦੀ ਇੱਛਾ ਨਹੀਂ, ਕੋਈ ਇਹੋ ਜਿਹੀ ਥਿੰਕਿੰਗ ਹੀ ਨਹੀਂ, ਬਾਹਰੋਂ ਵੀ ਕੋਈ ਇਹੋ ਜਿਹਾ ਕਾਰਜ ਚੰਗਾ ਬੰਦਾ ਕਿਸੇ ਦੇ ਕਹਿਣ 'ਤੇ ਜਦੋਂ ਕਰਦਾ ਵੀ ਹੈ ਤੇ ਉਹਦੇ ਨਾਲ ਵੀ ਤੁਹਾਡੇ ਅੰਦਰ ਇੱਛਾ ਸ਼ਕਤੀ ਪੈਦਾ ਨਹੀਂ ਹੁੰਦੀ। ਬਸ ਤੁਸੀਂ ਬੱਝੇ ਜੇ ਹੋਏ ਇੱਕ ਕਾਰਜ ਕਰਦੇ ਰਹਿੰਦੇ ਹੋ ਵੀ ਲੋਕ ਕਰਦੇ ਨੇ, ਕਰਨਾ ਹੀ ਪਵੇਗਾ, ਕਰ ਲਓ, ਜਾਂ ਇਹ ਕਾਰਜ ਕੀਤਿਆਂ ਲੋਕ ਚਲੋ ਚੰਗਾ ਸੋਚਦੇ ਨੇ, ਸਾਡੇ ਬਾਰੇ ਚੰਗਾ ਕਹਿੰਦੇ ਨੇ, ਇਸ ਕਰਕੇ ਕਰ ਛੱਡੋ। ਉਹ ਕਮਾ ਤਾਂ ਵੇਖਣ ਨੂੰ ਅਸੀਂ ਚੰਗਿਆਈ ਰਹੇ ਹੁੰਦੇ ਹਾਂ, ਪਰ ਸਾਡੇ ਅੰਦਰ ਦੀ ਇਨਵੋਲਵਮੈਂਟ ਉਹਦੇ ਵਿੱਚ ਨਹੀਂ ਹੁੰਦੀ, ਕਿਉਂਕਿ ਅਸੀਂ ਤਾਂ ਬੱਝੇ ਹੋਏ ਕਰ ਰਹੇ ਹਾਂ। ਲੋਕ ਚਾਹੁੰਦੇ ਨੇ, ਲੋਕ ਵੇਖ ਕੇ ਚੰਗਾ ਆਖਦੇ ਨੇ, ਜਾਂ ਇਹ ਕਰਮ ਸਲਾਹਿਆ ਜਾਂਦਾ, ਇਸ ਕਰਕੇ ਕਰ ਛੱਡੋ, ਕਰ ਲਿਆ ਕਰੋ ਕਦੇ ਕਦੇ, ਜਾਂ ਇਹ ਰੂਟੀਨ ਵੀ ਨਿਭਾ ਲਿਆ ਕਰੋ। ਨਾ ਤਾਂ ਅੰਦਰ ਕੋਈ ਚੰਗੀ ਇੱਛਾ ਪੈਦਾ ਹੋਈ, ਚੰਗਿਆਈ ਦਾ ਮਾਦਾ ਪੈਦਾ ਹੋਇਆ, ਤੇ ਨਾ ਹੀ ਉਸ ਕਰਮ ਨੂੰ ਕਰਕੇ ਸਾਡੇ ਅੰਦਰ ਕੋਈ ਫਰਕ ਪਿਆ। ਅਸੀਂ ਉਹੋ ਜਿਹੇ ਅੰਦਰੋਂ ਖਾਲੀ ਤੇ ਕੋਰੇ ਹੀ ਰਹੇ। ਪਹਿਲਾਂ ਵੀ ਉਹੋ ਜਿਹੇ ਸਾਂ, ਕਾਰਜ ਕਰਦਿਆਂ ਵੀ ਉਹੋ ਜਿਹੇ, ਕਾਰਜ ਕਰਨ ਤੋਂ ਬਾਅਦ ਵੀ ਉਹੋ ਜਿਹੇ, ਇੱਕ ਰੂਟੀਨ ਪੂਰੀ ਕਰਦੇ। ਕਹਿਣ ਮਾਤਰ ਉਹ ਕਾਰਜ ਬਾਹਰੋਂ ਭਾਵੇਂ ਚੰਗਾ ਹੋ ਰਿਹਾ, ਜਿਹੜਾ ਵੀ ਵੇਖੇਗਾ ਕਹੇਗਾ ਕਿੰਨਾ ਚੰਗਾ ਬੰਦਾ ਹੈ, ਇਹੋ ਜਿਹੇ ਚੰਗੇ ਕੰਮ ਕਰਦਾ ਹੈ, ਪਰ ਉਹ ਕਿਸੇ ਇੱਛਾ ਸ਼ਕਤੀ 'ਚੋਂ ਨਹੀਂ ਕਰਦਾ, ਉਹ ਲੋਕ ਵਿਹਾਰ ਕਰਕੇ ਕਰਦਾ ਹੈ, ਲੋਕਾਂ ਵੱਲ ਵੇਖ ਕੇ ਕਰਦਾ ਹੈ। ਜੇ ਲੋਕ ਦੂਜੇ ਪਾਸੇ ਹੋ ਜਾਣਗੇ ਤਾਂ ਉਹ ਛੱਡ ਵੀ ਦੇਵੇਗਾ। ਉਹਦੇ ਅੰਦਰ ਕੋਈ ਆਪਣੀ ਫੀਲਿੰਗ ਨਹੀਂ, ਆਪਣੀ ਥਿੰਕਿੰਗ ਨਹੀਂ ਕਿ ਮੈਨੂੰ ਚੰਗਾ ਬਣ ਲਈ ਜਾਂ ਇਹ ਚੰਗਾ ਕੰਮ ਹੈ, ਕਰਨਾ ਚਾਹੀਦਾ ਹੈ, ਇਹ ਜ਼ਰੂਰੀ ਹੈ। ਨਾ ਹੀ ਉਹ ਕਾਰਜ ਕਰਦਿਆਂ ਉਹਦੇ ਅੰਦਰ ਕੋਈ ਚਾਅ ਪੈਦਾ ਹੋਇਆ, ਨਾ ਪਰਿਵਰਤਨ ਪੈਦਾ ਹੋਇਆ। ਬਸ ਉਹ ਇੱਕ ਬੋਝ ਵਾਂਗ ਉਸ ਕੰਮ ਨੂੰ ਨਿਭਾਉਂਦਾ ਹੈ,
ਭਾਵੇਂ ਉਹ ਕਹਿਣ ਨੂੰ ਚੰਗਾ ਹੈ। ਲੋਕ ਵਿਹਾਰ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਪਰ ਮਨੁੱਖ ਦੇ ਜੀਵਨ ਵਿੱਚ ਇਹੋ ਜਿਹੇ ਕੰਮਾਂ ਦੀ ਬਹੁਤਾਤ ਹੈ ਜਿਹੜਾ ਕੇਵਲ ਤੇ ਕੇਵਲ ਬਾਹਰੀ ਤੌਰ ਤੇ ਇੱਕ ਬੋਝ ਵਾਂਗ ਢੋਇਆ ਜਾਂਦਾ ਹੈ। ਕੀਤਾ ਜਾ ਰਿਹਾ ਹੈ, ਹੋ ਰਿਹਾ ਹੈ, ਕਰਨਾ ਪਵੇਗਾ। ਅੰਦਰ ਇੱਕ ਮਜਬੂਰੀ ਹੈ, ਮਨ ਨਹੀਂ ਮੰਨਦਾ, ਕਰਨਾ ਪੈਂਦਾ। ਫਿਰ ਉਹਦੇ ਨਾਲ ਫਰਕ ਵੀ ਕੋਈ ਨਹੀਂ ਪੈ ਰਿਹਾ, ਸਮੱਸਿਆ ਉੱਥੇ ਦੀ ਉੱਥੇ ਹੀ ਹੈ। ਮਹਾਰਾਜ ਉਹਦਾ ਜ਼ਿਕਰ ਕਰਦੇ ਨੇ, ਨਾਨਕ ਮਤੀ ਮਿਥਿਆ, ਮਿਥੇ ਹੋਏ ਕੰਮ। ਮਿਥੇ ਦਾ ਮਤਲਬ ਵੀ ਡਿਸਾਈਡਡ ਨੇ, ਪਹਿਲਾਂ ਤੋਂ ਹੀ ਡਿਸਾਈਡਡ ਨੇ। ਮੇਰੀ ਕੋਈ ਇੱਛਾ ਨਹੀਂ ਸੀ ਉਹ ਚੰਗਾ ਕੰਮ ਕਰਨ ਦੀ, ਪਰ ਡਿਸਾਈਡਡ ਹੈ ਵੀ ਜਿਹੜਾ ਬੰਦਾ ਇਸ ਤਰ੍ਹਾਂ ਕਰਦਾ ਵੀ ਉਹਨੂੰ ਇਵੇਂ ਹੁੰਦਾ ਤੇ ਕਰ ਲਿਆ ਕਰੋ, ਇਸ ਕਰਕੇ ਕਰ ਲੈਂਦੇ ਆ। ਬੰਦਾ ਕੋਈ ਵੀ ਕਾਰਜ ਜਦੋਂ ਕਰਦਾ ਹੈ ਨਾ, ਧਿਆਨ ਵਿੱਚ ਰੱਖੀਏ, ਜੇ ਉਸ ਕੰਮ ਨੂੰ ਕਰਦਿਆਂ ਤੁਹਾਡੇ ਅੰਦਰ ਖਿਝ ਪੈਦਾ ਹੋ ਰਹੀ ਹੈ, ਜਦੋਂ ਤੁਸੀਂ ਉਸ ਕੰਮ ਨੂੰ ਰਿਪੀਟ ਕਰਦੇ ਹੋ ਅਤੇ ਉਸ ਕੰਮ ਤੋਂ ਖਿਝਦੇ ਹੋ, ਸਮਝੋ ਵੀ ਤੁਹਾਡੀ ਇਨਵੋਲਵਮੈਂਟ ਨਹੀਂ, ਤੁਹਾਨੂੰ ਬੋਝ ਚੁਕਾਇਆ ਗਿਆ ਜਿਹਦੇ ਤੋਂ ਕਦੇ ਕਦੇ ਤੁਸੀਂ ਤੰਗ ਆ ਜਾਂਦੇ ਹੋ। ਅਕਸਰ ਆਪਾਂ ਇਹੋ ਜਿਹੇ ਕਾਰਜ ਕਰਦਿਆਂ ਵੇਖਦੇ ਹਾਂ। ਕੋਈ ਵੀ ਰੂਟੀਨ ਦਾ ਭਲਾ ਕੰਮ ਹੀ ਆਪਣੇ ਵੱਲੋਂ ਹੋਵੇ ਵੀ ਭਲਾ ਕੰਮ ਹੈ, ਬੰਦਾ ਖਿਝਦਾ ਵੀ ਇਹ ਕੀ ਜੰਜਾਲ ਮੇਰੇ ਗਲ ਪਿਆ, ਕਰੀ ਵੀ ਜਾਂਦਾ ਅਤੇ ਰੋਈ ਵੀ ਜਾਂਦਾ, ਦੁਖੀ ਵੀ ਹੋਈ ਜਾਂਦਾ। ਕਹਿੰਦਾ ਇਹ ਹੈ ਮੈਂ ਚੰਗਾ ਕੰਮ ਕਰਦਾ, ਪਰ ਉਹਦਾ ਅੰਤਰ-ਆਤਮਾ ਪ੍ਰਸੰਨ ਨਹੀਂ, ਅੰਦਰੋਂ ਉਹ ਖੁਸ਼ ਨਹੀਂ, ਨਾ ਹੀ ਉਹਦੀ ਕੋਈ ਇਨਵੋਲਵਮੈਂਟ, ਨਾ ਉਹਨੂੰ ਕੋਈ ਫਰਕ ਪੈਂਦਾ। ਉਹ ਪਹਿਲਾਂ ਵੀ ਇਹੋ ਜਿਹਾ, ਹੁਣ ਵੀ ਇਹੋ ਜਿਹਾ। ਉਲਟਾ ਉਸ ਨਾਲ ਹੰਕਾਰ ਵੱਧ ਗਿਆ ਵੀ ਮੈਂ ਕਰਦਾ ਜੀ, ਮੈਂ ਵੇਖੋ ਇੰਨੇ ਕੰਮ ਕਰਦਾ। ਦੂਜੀ ਇੱਕ ਸਮੱਸਿਆ ਹੋਰ ਪੈਦਾ ਹੁੰਦੀ ਹੈ ਮਾਨਸਿਕ ਤੌਰ ਦੇ ਉੱਤੇ, ਵੀ ਉਸ ਕਾਰਜ ਨੂੰ ਕਰਦਿਆਂ ਹੋਇਆਂ ਮਨੁੱਖ ਦੇ ਅੰਦਰ ਕੋਈ ਖਿੜਾਓ ਵੀ ਨਹੀਂ, ਕੋਈ ਖੁਸ਼ੀ ਵੀ ਨਹੀਂ, ਕੋਈ ਉਤਸ਼ਾਹ ਵੀ ਨਹੀਂ, ਉਲਟਾ ਖਿਝ ਹੈ। ਅਤੇ ਖਿਝ ਦਾ ਕਾਰਨ ਫਿਰ ਉਹ ਨਿਰਾਸ਼ਤਾ ਉਹਦੇ ਅੰਦਰ ਪੈਦਾ ਹੁੰਦੀ ਹੈ ਉਸ ਕਾਰਜ ਦੇ ਪ੍ਰਤੀ। ਗੱਲ ਬੜੀ ਸਮਝਣ ਵਾਲੀ। ਸਾਡੀਆਂ ਜਿੰਨੀਆਂ ਵੀ ਧਾਰਮਿਕ ਕਿਰਿਆਵਾਂ ਨੇ ਉਹਨਾਂ ਵਿੱਚ ਇਸ ਮਨੋਵਿਗਿਆਨ ਦਾ ਬੜਾ ਡੂੰਘਾ ਅਰਥ ਹੈ। ਅਕੇਵਾਂ, ਜਿਹਨੂੰ ਆਪਾਂ ਕਹਿੰਦੇ ਅਕੇਵਾਂ ਹੋ ਜਾਂਦਾ ਹੈ। ਕੋਈ ਵੀ ਕਾਰਜ ਤੁਸੀਂ ਥੋੜ੍ਹਾ ਜਿਹਾ ਰੂਟੀਨ 'ਚ ਕਰਨਾ ਸ਼ੁਰੂ ਕਰ ਦਿਓ, ਤੁਹਾਡਾ ਮਨ ਅੱਕਣ ਲੱਗ ਪਏਗਾ। ਉਹ ਅਕੇਵਾਂ ਕਿਉਂ ਪੈਦਾ ਹੁੰਦਾ ਵੀ ਤੁਸੀਂ ਉਹਨੂੰ ਬਾਹਰੋਂ ਬੋਝ ਵਾਂਗ ਚੁੱਕਿਆ ਹੈ, ਅੰਦਰੋਂ ਤੁਸੀਂ ਰੈਡੀ ਨਹੀਂ ਸੀ ਉਹ ਕਾਰਜ ਕਰਨ ਵਾਸਤੇ। ਨਾ ਪਹਿਲਾਂ ਤੁਸੀਂ ਤਿਆਰ ਸੀ, ਤੁਹਾਨੂੰ ਕਿਸੇ ਨੇ ਉਹ ਕੰਮ ਕਰਨ ਵਾਸਤੇ ਕਹਿ ਦਿੱਤਾ ਹੈ, ਤੁਸੀਂ ਉਹਦੇ ਆਖੇ ਲਾ ਕੇ ਵੀ ਚੰਗਾ ਹੈ ਕਰ ਲਿਆ ਕਰਾਂਗੇ, ਕਰਨਾ ਸ਼ੁਰੂ ਕਰ ਦਿੱਤਾ ਹੈ। ਨਾ ਉਹ ਕੰਮ ਕਰਨ ਤੋਂ ਪਹਿਲਾਂ ਕੋਈ ਚਾਅ ਸੀ, ਨਾ ਕੰਮ ਕਰਨ ਦੇ ਵਕਤ ਦੌਰਾਨ ਜਾਂ ਕਰਨ ਤੋਂ ਬਾਅਦ ਤੁਹਾਡੇ ਅੰਦਰ ਕੋਈ ਪਰਿਵਰਤਨ ਆਇਆ। ਇਵੇਂ ਜਿਵੇਂ ਕਿਸੇ ਨੇ ਭਾਰ ਚੁਕਾਇਆ ਵੀ ਇੰਨਾ ਚਿਰ ਰੋਜ਼ ਇਹ ਭਾਰ ਤੂੰ ਚੁੱਕਣਾ ਹੈ, ਫਿਰ ਉਹ ਬੰਦਾ ਲਾਹ ਦਿੰਦਾ ਹੈ, ਫਿਰ ਅਗਲੇ ਦਿਨ ਚੁੱਕਦਾ ਹੈ, ਫਿਰ ਲਾਹ ਦਿੰਦਾ ਹੈ। ਇਹ ਰੂਟੀਨ ਬਣ ਗਈ। ਬਹੁਤੇ ਚੰਗੇ ਕੰਮ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ, ਇਸ ਕਰਕੇ ਅੱਕਦੇ ਵੀ ਬੜੀ ਛੇਤੀ। ਤੁਸੀਂ ਰੂਟੀਨ ਬਣਾ ਕੇ ਵੇਖੋ, ਬੰਦਾ ਇੱਕ ਦਿਨ ਹੁੱਬ ਕੇ ਉੱਠੇਗਾ, ਕੋਈ ਚੰਗਾ ਕੰਮ ਕਰੇਗਾ, ਧਰਮ ਸਥਾਨ 'ਤੇ ਜਾਏਗਾ, ਪਾਠ ਪੂਜਾ ਕਰੇਗਾ, 3-4 ਦਿਨ ਨਿਕਲਦੇ ਨੇ, ਫਿਰ ਬੰਦਾ ਹੌਲੀ ਹੌਲੀ ਆਪ ਹੀ ਮੱਠਾ ਪੈ ਜਾਂਦਾ ਹੈ। ਕਿਉਂ ਪੈਂਦਾ ਹੈ? ਤੁਹਾਡੀ ਇੱਛਾ ਸ਼ਕਤੀ ਹੀ ਨਹੀਂ ਸੀ, ਕਿਤਿਓਂ ਧੱਕਾ ਵੱਜਿਆ, ਮਾੜੀ ਜੀ ਪ੍ਰੇਰਨਾ ਦਾ ਤੁਰ ਪਏ, ਹਰਕਤ ਵਿੱਚ ਆ ਗਏ। ਜਿਉਂ-ਜਿਉਂ ਉਹ ਰੂਟੀਨ ਵਿੱਚ ਸਾਨੂੰ ਲੱਗਿਆ ਵੀ ਇਹ ਤਾਂ ਸਾਰਾ ਐਫਰਟ ਕਰਨਾ ਪੈਣਾ, ਇਹ ਤਾਂ ਬੜਾ ਸਟਰਗਲ ਹੈ ਆਪਣੇ ਆਪ ਵਿੱਚ, ਹੌਲੀ ਹੌਲੀ ਚਾਅ ਮੱਧਮ ਪੈ ਗਿਆ। ਪ੍ਰੇਮ ਵੀ ਹੋਣਾ ਕੋਈ ਵੀ ਕਾਰਜ ਬੋਝ ਹੀ ਹੁੰਦਾ ਹੈ, ਧਿਆਨ ਵਿੱਚ ਰੱਖਣਾ। ਪ੍ਰੇਮ ਤੋਂ ਵੀ ਹੋਣਾ ਕੋਈ ਵੀ ਕਾਰਜ ਬੋਝ ਹੁੰਦਾ ਹੈ। ਪ੍ਰੇਮ ਤੋਂ ਵੀ ਹੋਣੇ ਹੋ ਕੇ ਰੱਬ ਰੱਬ ਕਰਨਾ ਵੀ ਬੋਝ ਵਾਂਗ ਹੀ ਹੁੰਦਾ ਹੈ। ਪ੍ਰੇਮ ਤੋਂ ਵੀ ਹੋਣੇ ਹੋ ਕੇ ਸਾਰੇ ਕੋਈ ਵੀ ਕਾਰਜ ਜ਼ਿੰਦਗੀ ਦਾ ਕੀਤਾ ਜਾਏ, ਉਹ ਸਾਡੀ ਇੱਛਾ ਦੇ ਵਿਰੁੱਧ ਹੁੰਦਾ ਹੈ, ਇਸ ਕਰਕੇ ਭਾਰ ਹੁੰਦਾ ਹੈ। ਮਤੀ ਮਿਥਿਆ, ਮਿਥੇ ਹੋਏ ਵੀ ਅਸੀਂ ਮਿੱਥ ਲੈਂਦੇ ਹਾਂ ਵੀ ਆਹ ਕੰਮ ਕਰਨਾ ਭਲਾ ਹੈ, ਆਹ ਕੰਮ। ਸਾਡੇ ਅੰਦਰ ਵਿਵੇਕ ਨਹੀਂ ਹੁੰਦਾ ਵੀ ਆਹ ਕਾਰਜ ਕੀਤਿਆਂ ਸਾਡਾ ਮਨ, ਸਾਡੀ ਸੁਰਤ ਉੱਚੀ ਹੋਵੇ, ਸਾਡੇ ਜੀਵਨ ਵਿੱਚ ਪਰਮੇਸ਼ਰ ਦਾ ਪ੍ਰੇਮ ਪੈਦਾ ਹੋਵੇ, ਸਾਡੀ ਬਿਰਤੀ, ਸਾਡੀ ਸੁਰਤ ਪਾਕ ਸਾਫ਼ ਹੋਵੇ। ਅਸੀਂ ਇੰਨੇ ਵਿਚਾਰਵਾਨ ਨਹੀਂ ਹੁੰਦੇ
ਇੱਕ ਬੋਝ ਵਾਂਗ ਚੰਗੇ ਕੰਮਾਂ ਨੂੰ ਚੁੱਕ ਲੈਂਦੇ ਆ, ਭਾਰ ਵਾਂਗ ਚੁੱਕਦੇ ਆ। ਪਾਤਸ਼ਾਹ ਫਰਮਾਉਂਦੇ ਨੇ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਇਹੋ ਜਿਹੀਆਂ ਲੱਖਾਂ ਹੀ ਵਿਖਾਵੇ ਵਾਲੀਆਂ ਨੇਕੀਆਂ ਸੰਸਾਰ ਵਿੱਚ ਪ੍ਰਗਟ ਨੇ, ਪ੍ਰਚਲਿਤ ਨੇ, ਮਸ਼ਹੂਰ ਨੇ। ਲੋਕ ਕਹਿੰਦੇ ਨੇ ਆ ਨੇਕੀ ਦਾ ਕੰਮ ਹੈ, ਕਰ ਲਓ। ਸਾਨੂੰ ਨਹੀਂ ਗਿਆਨ ਉਹਦਾ ਵੀ ਸੱਚਮੁੱਚ ਹੀ ਉਹ ਨੇਕੀ ਦਾ ਕੰਮ ਹੈ। ਲੋਕਾਂ ਨੇ ਮੰਨਿਆ ਹੋਇਆ ਵੀ ਨੇਕ ਅਮਲ ਹੈ, ਕਰ ਲੱਗ ਪਏ, ਸ਼ੁਰੂ ਹੋ ਗਏ। ਕਿਸੇ ਨੇ ਕਿਹਾ ਇਹ ਚੰਗਿਆਈ ਦਾ ਕੰਮ ਹੈ। ਸਾਡੀ ਸਮਝ ਵਿੱਚ ਨਹੀਂ ਵੀ ਸੱਚਮੁੱਚ ਹੀ ਚੰਗਿਆਈ ਹੈ ਕਿ ਉਹਦੇ ਪਿੱਛੇ ਕੋਈ ਕਾਰਨ ਹੋਰ ਖੜਾ ਹੈ, ਜਾਂ ਅਸੀਂ ਵਿਵੇਕ ਦੀ ਵਰਤੋਂ ਕਰਕੇ ਵੇਖੀਏ ਵੀ ਅਸੀਂ ਚੰਗਿਆਈ ਕਰ ਰਹੇ ਹੋਈਏ, ਹੋ ਸਕਦਾ ਉਹਦਾ ਰਿਜ਼ਲਟ ਕੁਝ ਹੋਰ ਨਿਕਲਦਾ ਹੋਵੇ। ਅਸੀਂ ਉਸ ਚੀਜ਼ ਨੂੰ ਨਹੀਂ ਵੇਖਦੇ, ਬਸ ਲੋਕ ਮੰਨਦੇ ਨੇ ਵੀ ਇਹ ਚੰਗਾ ਕੰਮ ਹੈ। ਬਹੁ ਗਿਣਤੀ ਇੱਕ ਥਾਂ 'ਤੇ ਖਲੋ ਗਈ, ਅਸੀਂ ਪ੍ਰਭਾਵਿਤ ਹੋ ਗਿਆ ਵੀ ਇੰਨੇ ਲੋਕ ਗਲਤ ਥੋੜ੍ਹਾ ਹੋਣਗੇ, ਸਹੀ ਹੋਣੇ ਨੇ। ਬਹੁਤੀ ਦੁਨੀਆ ਸੂਰਜ ਨੂੰ ਪਾਣੀ ਦੇ ਰਹੀ, ਭਲਾ ਕੰਮ ਹੈ, ਇਹਦੇ 'ਚ ਮਾੜਾ ਕੀ, ਨੁਕਸਾਨ ਕੀ ਹੈ? ਕੌਣ ਕਹਿੰਦਾ ਵੀ ਇਹ ਮਾੜਾ ਕੰਮ ਹੈ? ਕਿਹਦਾ ਜਿਗਰ ਹੈ ਵੀ ਜਾ ਕੇ ਉੱਥੇ ਕਵੇ ਵੀ ਭਾਈ ਕਰ ਕੀ ਰਹੇ ਹੋ? ਕਿਸੇ ਨੂੰ ਕੋਈ ਘਾਟਾ ਨਹੀਂ। ਬੰਦਾ ਆਪ ਨਦੀ 'ਚ ਵੜਦਾ, ਪਾਣੀ ਸੂਰਜ ਵੱਲ ਨੂੰ ਝਰਟਦਾ, ਕੋਈ ਨੁਕਸਾਨ ਕਿਸੇ ਦਾ ਨਹੀਂ ਹੋ ਰਿਹਾ, ਕੋਈ ਨੁਕਸਾਨ ਨਹੀਂ ਹੈ ਇਹਦੇ ਨਾਲ, ਬਾਹਰੀ ਤੌਰ 'ਤੇ ਨਾ ਫਿਜ਼ੀਕਲੀ, ਨਾ ਸਮਾਜਿਕ, ਨਾ ਰਾਜਨੀਤਿਕ, ਕੋਈ ਨੁਕਸਾਨ ਕਿਸੇ ਦਾ ਨਹੀਂ ਇਹਦੇ ਇਸ ਕੰਮ ਨਾਲ। ਜਰਾ ਸੋਚਿਓ। ਫਿਰ ਵੀ ਮਹਾਰਾਜ ਨੇ ਉਲਟੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕਰਦੇ ਹੋ? ਆਖਿਆ ਪਾਣੀ ਦੇ ਰਿਹਾ ਆਪਣੇ ਖੇਤਾਂ ਨੂੰ ਤਲਵੰਡੀ ਵਿਖੇ। ਉਹ ਹੱਸ ਪਏ, ਸੁਭਾਵਕ ਸੀ ਉਹਨਾਂ ਦਾ ਹੱਸਣਾ। ਆਖਿਆ ਜੀ ਇੰਨੀ ਦੂਰ ਖੇਤਾਂ ਨੂੰ ਕੋਈ ਬੁੱਕਾਂ ਨਾਲ ਪਾਣੀ ਦੇਵੇ ਤੇ ਪਾਣੀ, ਪਹਿਲੀ ਤਾਂ ਗੱਲ ਬੁੱਕਾਂ ਨਾਲ ਪਾਣੀ ਉੱਥੇ ਪਹੁੰਚਣਾ ਨਹੀਂ, ਇੰਨੇ ਕੁ ਪਾਣੀ ਨਾਲ ਸਰਨਾ ਨਹੀਂ, ਤੇ ਦੂਜਾ ਇੰਨੀਆਂ ਮੀਲਾਂ ਦੂਰ ਤੁਹਾਡਾ ਪਾਣੀ ਐਵੇਂ ਕਿਵੇਂ ਪਹੁੰਚ ਜਾਣਾ ਹੈ? ਕਿੰਨੇ ਕੋਹ ਹੈ ਇੱਥੋਂ ਤਲਵੰਡੀ। ਮਹਾਰਾਜ ਸ਼ਾਂਤ ਰਹੇ। ਆਖਿਆ ਜੇ ਤੁਹਾਡਾ ਪਹੁੰਚ ਸਕਦਾ ਤੇ ਮੇਰਾ ਕਿਉਂ ਨਹੀਂ ਪਹੁੰਚ ਸਕਦਾ? ਤੁਹਾਡਾ ਜੇ ਪਹੁੰਚ ਸਕਦਾ ਹੈ ਕਰੋੜਾਂ ਮੀਲ ਦੂਰ ਸੂਰਜ ਲੋਕ ਤੱਕ, ਉਹ ਕਿੰਨੀ ਦੂਰ ਹੈ ਇੱਥੋਂ? ਤੁਹਾਡੇ ਗ੍ਰੰਥਾਂ ਵਿੱਚ ਕਿੰਨੀ ਦੂਰੀ ਲਿਖੀ ਹੈ ਇੱਥੋਂ ਸੂਰਜ ਲੋਕ ਦੀ? ਪੰਡਤਾਂ ਨੇ ਦੱਸਿਆ ਇੰਨੀ ਲਿਖੀ ਹੈ। ਅੱਛਾ, ਇੰਨੀ ਦੂਰ ਪਹੁੰਚ ਸਕਦਾ, ਤਲਵੰਡੀ ਤੇ ਉਦੋਂ ਕਿਤੇ ਨੇੜੇ ਹੈ। ਹੁਣ ਸਾਰੀ ਦੁਨੀਆ, ਸਾਰੇ ਲੋਕ ਹੀ ਮੰਨਦੇ ਨੇ ਕੰਮ ਚੰਗਾ ਹੈ, ਪਰ ਵਿਵੇਕ ਤੋਂ ਹੀਣਾ ਕੰਮ ਹੈ। ਉਹਦਾ ਫਾਇਦਾ ਕਿਸੇ ਨੂੰ ਕੀ ਇਹੋ ਜਿਹੇ ਚੰਗੇ ਕੰਮ ਦਾ? ਪਰ ਸਵਾਲ ਇਹ ਹੈ, ਦੂਜਿਆਂ ਨੂੰ ਉਹ ਦੱਸ ਰਹੇ ਨੇ ਵੀ ਇੰਨੀ ਦੂਰ ਪਾਣੀ ਨਹੀਂ ਪਹੁੰਚਦਾ ਹੁੰਦਾ, ਪਰ ਇਹ ਲੌਜਿਕ ਉਹਨਾਂ ਨੂੰ ਆਪਣੇ ਆਪ ਉੱਤੇ ਸਮਝ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਪ੍ਰੈਕਟਿਸ ਇੰਨੀ ਹੋ ਗਈ ਹੈ ਵੀ ਉਹ ਕੰਮ ਸਹੀ ਲੱਗਣ ਲੱਗ ਪਿਆ। ਉੱਥੇ ਬੰਦੇ ਦੀ ਸੁਰਤ, ਸਮਝ, ਅੱਖਾਂ ਬੰਦ ਹੋ ਜਾਂਦੀਆਂ ਨੇ, ਕਿਉਂਕਿ ਬਹੁ ਗਿਣਤੀ ਉਸ ਕੰਮ ਨੂੰ ਮੰਨ ਰਹੀ ਹੈ ਵੀ ਸਹੀ ਹੈ ਤੇ ਸਹੀ ਹੈ। ਅਸੀਂ ਵੀ ਤੇ ਸਿੱਖ ਹੋਣ ਦੇ ਨਾਤੇ ਵੀ ਜੇ ਅਸੀਂ ਮਹਾਰਾਜ ਦੇ ਜੀਵਨ ਦੀਆਂ ਇਹਨਾਂ ਸਾਖੀਆਂ ਤੋਂ ਸਿੱਖਿਆ ਨਾ ਲਈ, ਅਸੀਂ ਵੀ ਤੇ ਇਹੋ ਕੁਝ ਹੀ ਕਰਦੇ। ਵੇਖੋ ਜੀ ਫਲਾਣੇ ਥਾਂ ਤੇ ਇੰਨੀ ਦੁਨੀਆ ਇਹ ਕੰਮ ਕਰਦੀ, ਕਿਤੇ ਗਲਤ ਹੁੰਦਾ ਹੈ। ਅੱਛਾ, ਜੇ ਦੂਜੇ ਧਰਮ ਕਰਨ ਤੇ ਗਲਤ ਹੁੰਦਾ ਹੈ, ਤੁਸੀਂ ਕਰੋ ਤੇ ਸਹੀ ਹੁੰਦਾ ਹੈ। ਇਸ ਕਰਕੇ ਜੇ ਦੂਜੇ ਮਜ਼ਹਬਾਂ ਵਿੱਚ ਕੁਝ ਗਲਤ ਰਸਮਾਂ ਨੇ ਤੇ ਉਹਨਾਂ ਦੀ ਸਾਖੀ ਮੈਂ ਵੀ ਤੁਹਾਡੇ ਸਾਹਮਣੇ ਸੁਣਾਈ, ਤੁਹਾਨੂੰ ਵੀ ਚੰਗੀ ਲੱਗੀ ਵੀ ਵਾਹ ਵਾਹ ਗੁਰੂ ਨਾਨਕ ਸਾਹਿਬ ਨੇ ਕਮਾਲ ਕੀਤੀ। ਤੇ ਜੇ ਅਸੀਂ ਆਪਣੀ ਦੁੱਖ ਦੀ ਰਗ ਤੇ ਹੱਥ ਰੱਖੀਏ ਤੇ ਚੀਕ ਨਿਕਲਦੀ ਹੈ। ਦੂਜੇ ਘਰ ਵਿੱਚ ਗਲਤ ਹੋਵੇ ਤੇ ਉਹ ਗਲਤ ਹੈ, ਸਾਡੇ ਘਰ ਵਿੱਚ ਗਲਤ ਹੋਵੇ ਤੇ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਡੇ ਘਰ ਵਿੱਚ ਆ ਕੇ ਉਹ ਗਲਤੀ ਚੰਗੀ ਬਣ ਜਾਂਦੀ ਹੈ, ਕਿਉਂਕਿ ਉਹ ਅਸੀਂ ਕਰਦੇ ਹਾਂ, ਕਿਉਂਕਿ ਉਹ ਭੁੱਲ ਸਾਡੇ ਘਰ ਹੋ ਰਹੀ ਹੈ, ਕਿਉਂਕਿ ਉਹ ਵਿਵੇਕ ਤੋਂ ਹੀਣੇ ਕੰਮ ਅਸੀਂ ਕਰਦੇ ਹਾਂ, ਇਸ ਕਰਕੇ ਉਹ ਸਹੀ ਹਨ, ਦੂਜਾ ਕਰਦਾ ਇਸ ਕਰਕੇ ਉਹ ਗਲਤ ਹਨ। ਜਿੰਨਾ ਚਿਰ ਇਹ ਕੰਧਾਂ ਬਣੀਆਂ ਰਹਿਣਗੀਆਂ ਸੱਚ ਨੂੰ ਸਮਝਣ ਵਿੱਚ, ਜਿਵੇਂ ਇੱਥੇ ਗਿਆਨ ਨੂੰ ਅਡੋਪਟ ਕਰਨ ਲਈ ਵੀ, ਬੰਦਾ ਧਾਰਨ ਕਰਨ ਲਈ ਵੀ ਜੇ ਇੰਨਾ ਪੱਖਪਾਤ ਕਰੇਗਾ ਤੇ ਉਹ ਨਹੀਂ ਪਹੁੰਚ ਸਕੇਗਾ ਉਸ ਤਲ ਤੇ ਜਿੱਥੇ ਮਹਾਰਾਜ ਨੇ ਸਾਨੂੰ ਪਹੁੰਚਣ ਲਈ ਪ੍ਰੇਰਨਾ ਕੀਤੀ ਹੈ। ਸੋ ਇਹ ਸਾਨੂੰ ਜਾਣਨਾ ਪਵੇਗਾ।
विवेकी पुरख जिहड़ा वो सारियां बंदिशां तो परे उपर सच्चों उरै सब को उपर सच अचार। सच लिहाज नहीं पालदा, धड़े का नहीं पालदा, मजहब का नहीं पालदा, मेरा तेरा नहीं हुंदा, सच सच ही हुंदा। वो सब सच सबना का खसम है, जिस बख्शे सो जन पावे। तो इस वास्ते गुरु गरीब नवाज महाराज ने फरमाया, कहते लख नेकियां चंगियाइयां लख पुन्ना प्रवान। वो पुन्न कर्म जिहड़े दुनिया ने प्रवान की, जिन्होंने दुनिया कहती आम बहु गिणती समाज की कहती भी ये पुन्न का काम है, असी करी जाने। फिर हजूर कहते लख तप उपर तीर्थां, लखां ही लोग तीर्थां उपर जाके तप करते हैं, इशनान करते हैं, शरीर नूं दुख दिंदे हैं, शरीर नूं खपाउंदे हैं। और जिहड़ा दूजा बंदा वेखदा वो कहंदा किन्नी कमाई वाला बंदा है, इन्ने सालों तो इस बंदे ने तन ते कपड़ा नहीं पाया, इन्ने सालों तो ये घर नहीं गया, इन्ने सालों तो ये आ कारज करता है, वेखो धूणे तपाउंदा है, शरीर नूं दुख। असी सिख भी प्रभावित होई जा रहे हैं, जिन्हां दे सतगुरु बाणी विच ये गल कहिंदे ने, मन हट के ना पायो सब थके कर्म कमाए। असी आम सिख जदों बैठते हैं यही चर्चा करते, फलाना बंदे नूं तां 20 साल हो गया घर छड्डे, इह च वडियाई की, उहनूं छड्डण लई मजबूर किहने कीता, किहने कहा छड्ड? कोई रब की आवाज़ आई भी मैं बाहर लभदा, घर छड्ड के आ ते मैं तैनूं मिलांगा? कोई उहनूं किसी किस्म की कोई धर्म ने उन्होंने कोई सेध दी है भी घर छड्डण नाल तेरा जीवन सफल होना है? बैठा रहिंदा, उहदी मर्जी सी, उहदी अपनी थिंकिंग है भी मैं नहीं घर रहना। धर्म ने नहीं कहा उन्होंने भी तू छड्ड दे, कुर्बानी कर। ना ही उहदे इस तरह करन नाल कोई समाज का भला होया, ना उहदे निज दा होया। इहो जिहे मन ठानू, इहो जिहे असी कर्म कांडां नूं, इहो जिहे बिना सिर पैर के कामां नूं असी बहुत वड्याउने, आम सधारण तरीके नाल ही बड़े वड्याउने आ। फलां एक बड़े अहम बंदे ने जी, उन्होंने ऐं कीता। ते जे माड़ा जिहा तुसीं पुछो भी गुरु साहब तां बाणी च कहिंदे, अच्छा असी बाणी ते शंका कर लैने, बंदे ते नहीं करते। बाणी ते कर लैने आ, बाणी दे उल्ट भावें जो मर्जी कही जाओ, पर जे तुसीं उस बंदे की गल करो तो शोर मच जाएगा। गल तुसी बंदे दी करोगे तो कहेंगे धर्म के विरुद्ध गल करदे हो। तो जे दसो भी धर्म च तो यह लिखिया है, महाराज की रसना के बोल ये कहिंदे ने। सो इस तरह का भी कंट्राडक्शन साडे च है। महाराज कहंदे ने लख तप उपर तीर्थां सहज जोग बेबान। मन नूं शांत रखण वास्ते बेबान जंगलों में जाके कुछ लोग योग साधनावां करते हैं। फिर महाराज कहते ने लख सूरतन संग्राम रण में छुटै प्राण। लखां लोग अजिहे ने जिन्होंने ये समझाया गया कि अपने मजहब के वाधे लई दूजे मजहब का दमन करो, उन्होंने खत्म करो। जे तुसी उन्होंने मार गए तां भी पुण्य मिलेगा, जे तुहानूं उन्होंने मार लिया तो तुहानूं भी स्वर्ग मिलेगा। वो बंदे लगे ही इस राह के उत्ते। वो कहते जे साढ़े हथों कोई मर गया तां भी पुण्य सानू है, असी मर गए तां भी बेशत के दरवाजे साढ़े लिए खुल जाने। अजीब किस्म का जुल्म है कि तुसी जे किसी का लहू डोलते हो तां भी पुण्य, जे तुहाडा डुल गया तां भी पुण्य। मतलब इहो जिहा कीड़ा जी के दिमाग में उन्हें ना टिकना है तो ना टिकन देना है किसी को। उसकी जिंदगी इस तरह ही खून खराबे च लंघनी है। और कितनियां जंगां, कितने कलेश दुनिया च, ये बहिश्त स्वर्ग इन्हां चीज़ों के नाँ ते बेबहा बंदा बंदे का लहू डोल के ये चो स्वर्ग लभदा है। रण में छुटै प्राण, भी रण विच मैदाने जंग च प्राण छुट जाण। तो सतगुरु कहते ने लख सुरती लख ज्ञान ध्यान पढ़िए पाठ पुराण। लखां ही सुरतां टिकाउण वाले ते सुरत टिकाउण दीआं विधियां दसण वाले। किसी नूं पुछो सुरत किवें टिकेगी, हर एक दा अपना अपना, हालांकि उन्हें खुद भी तजर्बा नहीं कीता हुंदा, वो तुहानूं दसेगा जरूर भी इदां करिया करो। वो तुहानूं दसेगा, हालांकि अपना वह भावें उन्हें कख भी ना उस राह एक पैर भी ना पुट्टिया होवे, पर तजर्बे
विधियाँ निक्की निक्की चीज़ ते बंदा विधियाँ वो विधि सुन के असी बड़े खुश होंगे भी ये नहीं सी पहला पता। तो वो जड़ियाँ चीज़ां ने वो मनुख नूं सदियां तो प्रभावित करदियां आईयां ने, क्योंकि जंजाल चुकण दा शौक ते मादा बंदे ने अपने अंदर पैदा कर लिया। जिन्ना बोझ चुकाई जाओ बंदा खुश रहिंदा है। जिन्हां नूं ये नब्ज़ समझ विच आई है ना वो विवेक वाली गल ना करते हैं, ना उस राह ते बंदे नूं तुरन दिंदे। वो कहंदे जदों अगला बोझ चुक के खुश है तो चुका दिओ, तुहानूं की समस्या है। तो वो उस पासे महाराज कहंदे ने लख सुरती लख ज्ञान, लखां ही ज्ञान दीयां चर्चावां, वो ज्ञान दीयां चर्चावां जिहदे च ना सुनन वाला कमाउंदा है ना कहण वाला कमाउंदा है। जे धार दे निर्णय हुंदे ने, दिमागी बौद्धिक कसरत हुंदी है। लखां ही ध्यान टिकाउण दीयां विधियां, ध्यान टिक जाए, ध्यान एकाग्रता बन जाए। और जिन्ना एफर्ट करता है बंदा फिजिकली करता है, जदों कि ध्यान की समस्या अंदर के ख्यालों की है, ख्याल बंदे नूं टिकण नहीं देंदा। वो देही नूं टिका के ख्याल नूं टिकाउणा लोचदा है। जदों कि महाराज ने कहा रिप्लेसमेंट तो बिना इहदा कोई हल नहीं, ख्याल नूं ख्याल नाल कट्टिया जा सकता है। गुर के शब्द बनावो ये मन। फिर महाराज कहंदे ने पढ़िए पाठ पुराण, लखां ही लोग पुराणां दे धर्म ग्रंथां दे पाठ पठन करते हैं और मिथे होए करते हैं। फिर अखीर ते निचोड़ कढ़िया जिन करता करना किया। ये तो दसिया भी लोग इस तरह सोचते हैं, आ कुछ कर्म लोगों ने मिथे ने, मिथे कर्म का भार ढोना ही उन्होंने चंगियाई समझ लिया। उहदे च उन्हां दे जीवन च की परिवर्तन आया वो विचार नहीं करते। हुण महाराज अपना उपदेश दे के समाप्ति करनगे श्लोक दी। हजूर कहंदे ने जिन करता करना किया, जिस करते क्रिएटर सिरजनहार ने ये सारा जगत कारण पैदा किया है, सारी कुदरती रचना रची है, सो जाने करता लिखिया आवन जान। महाराज कहते हैं उसे नहीं जीवां दा आउणा जाना, जानी जीव आ भी रहे ने, जन्म मिल रहा है, पैदाइश हो रही है, तो जीव खत्म भी हो रहे हैं। एक सिलसिला उन्हें लगातार नेचर का बनाया हुआ है और ये प्रोसैस रैगूलर चल रहा है। फिर कहते नानक मती मिथ्या कर्म सच्चा निशान। ये जेड़े उत्ते महाराज कहते मैं कारज दसे तो साडे मिथ्या मतां ने, जानी व्यर्थ दियां साडियां मानतावां ने, व्यर्थ दे असी अपने ही पैदा किए हुए कारज ने असी मिथ लए हन ये, और ये व्यर्थ ने। सब तो उत्तम राह किहड़ा? कर्म सच्चा निशान। वाहिगुरू दी बख्शिश ही असल परवाना है, राहदारी है, जिस बख्शिश नूं हासिल करके असी उहदे दर तक पहुँच सकते हैं। बंदा बख्शिश तो भी होना है, वो कर्म कांडां दे दावे करता है, बख्शिश नहीं मान रहा उस परमेश्वर की। बख्शिश उहदे हुक्म विच है, बख्शिश उस अकाल पुरख की रज़ा विच है, उहदे नाम और उहदी बंदगी विच है। वो किवें हासिल हुंदी है, साहब उहदी व्याख्या पौड़ी विच करदे ने। अगले दीवान विच अगलेरे बचन सांझे करांगे। सतगुरु होइयां भुल्लां चुकां दी खिमा बख्शण। अदब सैयद गुरु फतेह नाल सांझ बनाइए। वाहिगुरू जी का खालसा, वाहिगुरू जी की फतेह।